ਸਵਾਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ। ਇੱਕ ਨਵੀਂ ਸੀਰੀਜ਼ ਸ਼ੁਰੂ ਅਸੀਂ ਕੀਤੀ ਹੈ ਜਿਸ ਵਿੱਚ ਕਿ 10 ਕਮਾਂਡਮੈਂਟਸ ਆਫ ਸਿੱਖੀਜ਼ਮ, ਉਹ ਹਦਾਇਤਾਂ ਜਿਹੜੇ ਕਿ ਸਾਡੇ ਜੀਵਨ ਦਾ ਅਸੂਲ ਬਣ ਸਕਣ ਤੇ ਅਸੀਂ ਉਹਨਾਂ ਤੇ ਚੱਲ ਕੇ ਚੰਗੇ ਇਨਸਾਨ ਬਣ ਸਕੀਏ। ਭਾਈ ਸਾਹਿਬ ਨੇ ਪਿਛਲੇ ਹਫਤੇ ਜੋ ਸ਼ੁਰੂਆਤ ਕੀਤੀ ਸੀਰੀਜ਼ ਦੇ ਉਸ ਵਿੱਚ ਫਾਊਂਡੇਸ਼ਨ ਲੇ ਕੀਤੀ ਸੀ ਕਿ ਜ਼ਰੂਰਤ ਕੀ ਹੈ, ਕਿਉਂ ਸਾਡੀ ਸੋਚ ਵਿੱਚ ਪਰਿਵਰਤਨ ਲਿਆਉਣ ਦੀ ਗੁਰੂ ਸਾਹਿਬ ਗੱਲਬਾਤ ਕਰਦੇ ਨੇ, ਕਿਉਂਕਿ ਜਦੋਂ ਸੋਚ ਵਿੱਚ ਪਰਿਵਰਤਨ ਆ ਜਾਏਗਾ ਤਾਂ ਸਾਨੂੰ ਜੀਵਨ ਦਾ ਮਕਸਦ ਪਤਾ ਲੱਗੇਗਾ। ਭਾਈ ਸਾਹਿਬ ਨੇ ਬੜੇ ਸਪਸ਼ਟ ਤੌਰ ਦੇ ਉੱਤੇ ਸਾਨੂੰ ਦੱਸਿਆ ਸੀ ਕਿ ਅਸੀਂ ਹੈ ਕੌਣ ਆ। ਜੇਕਰ ਸਾਨੂੰ ਇਹ ਨਹੀਂ ਪਤਾ ਕਿਉਂ ਅਸੀਂ ਇੱਥੇ ਆਏ ਹਾਂ, ਕੀ ਕਰਨ ਆਏ ਹਾਂ, ਸਾਡਾ ਮਕਸਦ ਕੀ ਹੈ, ਤੇ ਅਜਾਏ ਹੀ ਆਪਣਾ ਜੀਵਨ ਅਸੀਂ ਗਵਾ ਦਿਆਂਗੇ। 10 ਫੰਡਾਮੈਂਟਲ ਬੇਸਿਕਸ ਜਿਹੜੇ ਨੇ ਸਿੱਖੀਜ਼ਮ ਦੇ, ਉਸ ਵਿੱਚ ਆਓ ਮੁੜ ਤੋਂ ਤੁਹਾਨੂੰ ਜੋੜਦੇ ਹਾਂ। ਤੇ ਇੱਕ ਵਾਰ ਫਿਰ ਬੇਨਤੀ ਕਰਾਂਗੇ ਕਿ ਇਹ ਸਾਰੇ ਪ੍ਰੋਗਰਾਮਸ youtube.com/harpreet-singh show ਤੇ ਹਨ। ਜੇਕਰ ਤੁਸੀਂ ਪਹਿਲਾ ਸ਼ੁਰੂਆਤੀ ਪ੍ਰੋਗਰਾਮ ਨਹੀਂ ਦੇਖਿਆ ਤਾਂ ਤੁਸੀਂ ਉੱਥੇ ਜਾ ਕੇ ਵੀ ਦੇਖ ਸਕਦੇ ਹੋ, ਤੇ ਨਾਲ ਹੀ ਖਾਸ ਤੌਰ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਵਿਖਾਓ ਤਾਂ ਕਿ ਇਹ ਭਾਈ ਸਾਹਿਬ ਜੋ ਬੜੀ ਮਿਹਨਤ ਕਰਕੇ ਬੜੇ ਸਰਲ ਤਰੀਕੇ ਨਾਲ ਸਾਨੂੰ ਸਮਝਾ ਰਹੇ ਨੇ, ਅਸੀਂ ਵੀ ਸਮਝ ਸਕੀਏ ਤੇ ਆਪਣੇ ਬੱਚਿਆਂ ਨੂੰ ਵੀ ਦੱਸ ਸਕੀਏ ਕਿ ਧਰਮ ਦਾ ਅਸਲ ਮਕਸਦ ਕੀ ਹੈ। ਸਵਾਗਤ ਕਰਦੇ ਹਾਂ ਜੀ, ਜੈ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੋ 10 ਸਿਧਾਂਤਾਂ ਦੀ ਜਿਹੜੀ ਗੱਲ ਕੀਤੀ ਸੀ ਪਿਛਲੀ ਵਾਰੀ ਤੁਸੀਂ ਕੀਤੀ ਭਾਈ ਸਾਹਿਬ ਗੱਲ ਕਿ ਸੈਲਫ ਰਿਅਲਾਈਜੇਸ਼ਨ, ਸਾਨੂੰ ਪਤਾ ਹੋਵੇ ਕਿਉਂ ਅਸੀਂ ਆਏ ਹੈਗੇ ਆ ਜੀ, ਤੇ ਜਦੋਂ ਇਹ ਪਤਾ ਹੋਏਗਾ ਉਸ ਨਾਲ ਸਾਡੀ ਸੋਚ ਵਿੱਚ ਪਰਿਵਰਤਨ ਆਏਗਾ। ਇੱਕ ਜਿਹੜਾ ਅਸੀਂ ਅੱਜ ਧਰਮ ਨੂੰ ਬਣਾਤਾ, ਜਿਸ ਤਰ੍ਹਾਂ ਤੁਸੀਂ ਪਿਛਲੀ ਵਾਰੀ ਗੱਲ ਕੀਤੀ ਸੀ ਕਿ ਗੁਰਦੁਆਰੇ ਜਾ ਕੇ ਸੋਝੀ ਲੈ ਗੁਰਦੁਆਰੇ ਹੋਏ ਸੋਝੀ ਪਾਈ ਸੀ ਦਾ ਕਨਸੈਪਟ ਸੀ, ਪਰ ਅਸੀਂ ਸਿਰਫ ਇਸ ਨੂੰ ਇੱਕ ਪੂਜਾ ਦਾ ਕੇਂਦਰ ਬਣਾ ਕੇ ਬੈਠ ਚੁੱਕੇ ਹੈਗੇ ਆ। ਤਾਂ ਇਹ ਸੈਲਫ ਰਿਅਲਾਈਜੇਸ਼ਨ ਜਦੋਂ ਆਉਂਦੀ ਹੈ ਤਾਂ ਫਿਰ ਬੰਦੇ 'ਚ ਕੀ ਪਰਿਵਰਤਨ ਆਉਂਦਾ ਜੀ? ਵੇਖੋ, ਮੈਂ ਫਿਰ ਬੇਨਤੀ ਕਰਦਾ ਕਿ ਸਿੱਖਿਆ ਜਿਹੜੀ ਹੈ ਨਾ ਜੀ, ਉਹ ਲੋਕਾਂ ਨੂੰ ਦੱਸਣੀ ਪੈਂਦੀ ਹੈ। ਠੀਕ ਹੈ। ਅਸੀਂ ਗੁਰਦੁਆਰੇ 'ਚ ਜਿਹੜੀ ਸਾਡੀ ਇਸ ਵੇਲੇ ਕਮਜ਼ੋਰੀ ਬਣਦੀ ਜਾ ਰਹੀ ਹੈ, ਦੇਖੋ ਦੇਖੀ ਉਹ ਕਮਰਸ਼ੀਅਲ ਟਾਈਪ ਹੋ ਗਿਆ, ਪੈਸੇ ਇਕੱਠੇ ਕਰਨ ਦਾ ਇੱਕ ਸਾਧਨ ਬਣ ਗਿਆ ਨਾ ਜੀ। ਲੇਕਿਨ ਅਸੀਂ ਪੈਸਿਆਂ ਦੇ ਬਦਲੇ ਲੋਕਾਂ ਨੂੰ ਕੁਝ ਦਈਏ ਵੀ। ਠੀਕ। ਦੇਣ ਵਾਸਤੇ ਸਭ ਤੋਂ ਵੱਡਾ ਸਾਡਾ ਫਰਜ਼ ਬਣਦਾ ਪ੍ਰਬੰਧਕਾਂ ਦਾ ਕਿ ਲੋਕਾਂ ਨੂੰ ਧਰਮ ਦੀ ਜਿਹੜੀ ਬੇਸਿਕ ਸਿੱਖਿਆ ਉਹ ਜ਼ਰੂਰ ਦਈਏ। ਹੁਣ ਜਿੱਦਾਂ ਮੈਂ ਪਿਛਲੀ ਵਾਰੀ ਦੱਸਿਆ ਸੀ ਜੀ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਦੇਖਿਆ ਸੀ ਉਸ ਮੌਕੇ, ਕਿ ਉਹਨਾਂ ਨੇ ਕਿਹਾ ਸੀ ਵੀ ਬ੍ਰਾਹਮਣ ਦੇਖੇ, ਕਸ਼ਤਰੀ ਦੇਖੇ, ਉਹਨਾਂ ਨੇ ਯੋਗੀ ਦੇਖੇ, ਉਹਨਾਂ ਨੇ ਜਦੋਂ ਸਾਰੇ ਦੇਖੇ, ਖੈ ਮਰਦੇ ਬਾਹਮਣ ਮਲਾਣੇ ਆਪਸ ਵਿੱਚ ਲੜਦੇ, 4 ਜਾਤਾਂ, ਉਹਨਾਂ ਦੇ ਗਾਂ ਹੋਰ ਜਾਤਾਂ, 300 ਤੋਂ ਵੱਧ ਲੋਕੀ ਵੰਡੇ ਹੋਏ, ਖੇਰੂ ਖੇਰੂ ਮਨੁੱਖਤਾ ਧਰਤੀ ਤੇ ਉਜੜ ਰਹੀ ਜੀ। ਜੇ ਨਾ ਇਹ ਖੇਰੂ ਖੇਰੂ ਹੋਈ ਮਨੁੱਖਤਾ ਇੱਕ ਦੂਜੇ ਤੋਂ ਦੂਰ ਹੁੰਦੇ ਹੁੰਦੇ ਭਾਈ ਸਾਹਿਬ ਉਜਾੜਨਾ ਬੜਾ ਸੌਖਾ ਕੌਮ ਨੂੰ, ਰਾਈਟ, ਮਨੁੱਖਤਾ ਨੂੰ, ਲੇਕਿਨ ਉਹਨੂੰ ਮੁੜ ਕੇ ਇੱਕ ਲੜੀ ਵਿੱਚ ਪਰੋਣਾ ਇਹ ਬਹੁਤ ਔਖਾ ਹੈ। ਲੜੀ ਵਿੱਚ ਪਰੋਣ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਲੜੀ 'ਚ ਪਰੋਣ ਵਾਸਤੇ ਤੁਹਾਨੂੰ ਇੱਕ ਗਿਆਨ ਦੇ ਨਾਲ, ਇੱਕ ਅਸੂਲ ਦੇ ਨਾਲ ਜੋੜਨਾ ਨਿਹਾਇਤ ਜ਼ਰੂਰੀ, ਔਰ ਉਹ ਵੀ ਵਿਗਿਆਨਕ, ਠੀਕ ਨਾ ਕਿ ਆਪਣੇ ਧੜੇ ਲਈ ਜੋੜ ਲਈ ਜਾਂ ਆਪਣਾ ਵੱਖਰਾ ਧਰਮ ਬਣਾ ਲਈ, ਨਹੀਂ। ਹੁਣ ਸੱਚਾਈ ਦੱਸਣੀ, ਸੱਚ ਨਾਲ ਜੋੜਨਾ, ਮੈਂ ਤਾਂ ਕਹਿੰਦਾ ਸਭ ਤੋਂ ਵੱਡਾ ਉਹ ਦੁਨੀਆ ਦੇ ਉੱਤੇ ਪੈਗੰਬਰ ਹੋਇਆ ਜਿਹਨੇ ਸੱਚ ਨਾਲ ਜੋੜਿਆ, ਜਿਹਨੇ ਕੌਮ ਨੂੰ ਹਨੇਰੇ ਵਿੱਚ ਨਹੀਂ ਰੱਖਿਆ, ਰਾਈਟ। ਗੁਰੂ ਨਾਨਕ ਦੇਵ ਜੀ, ਮੈਂ ਇਹ ਨਹੀਂ ਕਹਿੰਦਾ ਕਿ ਬਾਕੀ ਦਿਆਂ ਨੇ ਨਹੀਂ ਸੱਚ ਨਾਲ ਜੋੜਿਆ, ਲੇਕਿਨ ਕਿਉਂਕਿ ਮੈਂ ਗੁਰੂ ਨਾਨਕ ਦੇਵ ਜੀ ਦਾ ਸ਼ਰਧਾਲੂ ਹਾਂ, ਤੇ ਮੈਂ ਕਿਉਂ ਸ਼ਰਧਾਲੂ ਬਣਿਆ ਕਿ ਮੈਨੂੰ ਸੱਚ ਤੋਂ ਸਿਵਾ ਹੋਰ ਉਹਨਾਂ ਦੇ ਵਿਚਾਰਾਂ 'ਚ ਕੁਝ ਵੀ ਹੋਰ ਨਹੀਂ ਲੱਭਿਆ, ਤੇ ਉਸ ਸੱਚ ਦੇ ਨਾਲ ਜੋੜ ਕੇ ਸਾਨੂੰ ਫਿਰ ਗਿਆਨ ਹੋ ਜਾਂਦਾ, ਰਿਐਲਿਟੀ ਸਾਨੂੰ ਪਤਾ ਲੱਗ ਜਾਂਦੀ। ਹੁਣ ਵੇਖੋ, ਕਬੀਰ ਸਾਹਿਬ ਜੀ ਨੇ ਬੜੀ ਸੁੰਦਰ ਸ਼ਬਦਾਂ ਵਿੱਚ ਕਹੀ ਆ, ਜਿਹੜੀ ਲੋਕਾਂ ਨੂੰ ਢੰਡੋਰਾ ਦੇ ਕੇ ਕਿਹਾ, ਸੁਣੋ ਲੋਕੋ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਸਭ ਦਾ ਮਤਲਬ ਸਾਰੇ, ਚਾਹੇ ਹਿੰਦੂ ਲਓ, ਚਾਹੇ ਮੁਸਲਮਾਨ ਹੋ, ਚਾਹੇ ਈਸਾਈ ਹੋ, ਚਾਹੇ ਤੁਸੀਂ ਬੁੱਧਿਸਟ ਹੋ, ਚਾਹੇ ਸਿੱਖ ਹੋ, ਚਾਹੇ ਨਾਈ ਹੋ, ਐਵਰੀਬਾਡੀ ਇਜ਼ ਕ੍ਰੀਏਟਡ ਫਰੋਮ ਦਾ ਵਨ ਲਾਈਟ, ਰਾਈਟ। ਇਹ ਬੜੀ ਦੇਖੋ, ਇੱਕੋ ਹੀ ਗੱਲ ਨੂੰ ਤੁਸੀਂ ਲੈ ਲਓ, ਬਿਲਕੁਲ ਜੀ। ਇਸ ਗੁਰਦੁਆਰੇ ਦੇ ਵਿੱਚ, ਮੰਦਿਰਾਂ ਦੇ ਵਿੱਚ ਇੱਕ ਗੱਲ ਲੋਕੀ ਸਿਧਾਂਤ ਬਣਾ ਲੈਣ ਕਿ ਅਸੀਂ ਇੱਕੋ ਹੀ ਨੂਰ ਤੋਂ ਪੈਦਾ ਹੋਏ। ਜੇ ਅਸੀਂ ਇੱਕ ਨੂਰ ਤੋਂ ਨਹੀਂ ਪੈਦਾ ਹੋਏ ਤਾਂ ਦੱਸੋ ਹੋਰ ਕਿੱਥੋਂ ਹੋਏ? ਠੀਕ, ਬਿਲਕੁਲ, ਦੱਸੋ ਕਿੱਥੋਂ ਹੋਏ? ਇੱਕ ਨੂਰ ਤੇ ਸਭ ਜਗ ਉਪਜਿਆ, ਕਾਲੇ ਗੋਰੇ ਸਭ, ਨਾਲੇ ਸ਼ਬਦ ਬੋਲਿਆ, ਕੌਣ ਭਲੇ ਕੋ ਮੰਦੇ, ਬਿਲਕੁਲ, ਬੁਰੇ ਤੇ ਭਲੇ ਸਾਰੇ ਉੱਥੋਂ ਹੋਏ। ਹੁਣ ਜੇ ਮੈਂ ਆਖਦਾ ਸੀ ਮੋਮਨ ਹਾਂ, ਅਸੀਂ ਗੁਰੂ ਨਾਨਕ ਦੇਵ ਦੇ ਪੱਕੇ ਸਿੱਖ ਹਾਂ, ਤੇ ਜਿਹੜੇ ਦੂਜੇ ਕਾਫਰ ਹੈ, ਠੀਕ। ਹੁਣ ਵੇਖਣਾ ਹੈ ਕਿ ਉਹ ਕਿਹਨ ਬਣਾਏ, ਰਾਈਟ। ਇਸ ਤਰ੍ਹਾਂ ਜਦੋਂ ਅਸੀਂ ਪੈਦਾ ਕਰਦੇ ਹਾਂ ਕਿ ਪ੍ਰੈਜੁਡਿਸ ਬਣਦੇ ਆ, ਜਿਹਨੂੰ ਅਸੀਂ ਕਹਿੰਦੇ ਹਾਂ, ਇੱਕ ਪ੍ਰੈਜੁਡਿਸ ਸ਼ਬਦ ਹੁੰਦਾ ਨਾ ਅੰਗਰੇਜ਼ੀ ਦਾ, ਅਸੀਂ ਪੰਜਾਬੀ ਦਾ ਸ਼ਬਦ ਹੈਗਾ ਕਿ ਸਾਡੇ ਵਿੱਚ ਜਨੂਨ ਆ ਜਾਏ ਵੀ ਮੇਰੇ ਵਰਗਾ ਕੋਈ ਨਹੀਂ, ਮੇਰੇ ਧਰਮ ਵਰਗਾ ਕੋਈ ਧਰਮ ਨਹੀਂ, ਬਾਕੀ ਸਾਰੇ ਜ਼ੀਰੋ ਹੈਗੇ। ਸਾਡਾ ਪੈਗੰਬਰ ਸਭ ਤੋਂ ਟੌਪ ਤੇ, ਬਾਕੀ ਸਾਰੇ ਜਿਹੜੇ ਆ ਕੁਛ ਨਹੀਂ ਹੈਗੇ।
ਹੁਣ ਜਦੋਂ ਇਹ ਵਿਚਾਰ ਪੈਦਾ ਹੁੰਦੀ ਆ ਤੇ ਅਸੀਂ ਅਸਲ ਵਿੱਚ ਰੱਬ ਦੇ ਸੱਚ ਤੋਂ ਦੂਰ ਚਲੇ ਜਾਂਦੇ ਬਿਲਕੁਲ ਟਕਰਾਰ ਵੀ ਕਰਦੇ ਹਾਂ। ਔਰ ਅੱਜ ਸਾਰੀ ਦੁਨੀਆ 'ਚ ਧਰਮਾਂ ਦੇ ਝਗੜੇ ਜਿਹੜੇ ਨਾ ਸੱਚ ਤੋਂ ਦੂਰ ਹੋ ਰਹੇ ਆ। ਬਿਲਕੁਲ। ਹੁਣ ਵੇਖੋ ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ, ਲੋਕੀ ਕੰਨ ਖੋਲ ਕੇ ਸੁਣ ਲੈਣ। ਇਹ ਤੁਹਾਡਾ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਸੰਦੇਸ਼ ਦਿੰਦਾ, ਨਾਟ ਓਨਲੀ ਟੂ ਦਾ ਸਿੱਖਸ एवरीवन ਬਟ ਐਵਰੀਬਾਡੀ। ਠੀਕ। ਕਹਿੰਦੇ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਬੰਦੇ। ਫਿਰ ਅੱਗੋਂ ਪਤਾ ਕੀ ਕਹਿੰਦੇ, ਲੋਕਾਂ ਭਰਮ ਨਾ ਭੂਲੋ ਭਾਈ। ਭਰਮ ਭਲੇਖੇ 'ਚ ਆ ਕੇ ਮੈਂ ਕਿਹਾ ਮੈਂ ਵੱਖਰਾ ਆ, ਭਲੇਖੇ 'ਚ ਆ ਕੇ ਮੈਂ ਕਿਹਾ ਉਹ ਵੱਖਰਾ। ਠੀਕ। ਲੋਕਾਂ ਭਰਮ ਨਾ ਭੂਲੋ ਭਾਈ। ਕਿਉਂ? ਖਾਲਕ ਖਲਕ ਖਲਕ ਮੈਂ ਖਾਲਕ ਪੂਰੇ ਹੋ ਸਭ ਠਾਈ। ਠੀਕ। ਮਨ ਇਹ ਬੰਦਿਆ ਯਾਦ ਰੱਖ, ਖਾਲਕ ਵਿੱਚ ਵੀ ਉਹ ਹੈ ਤੇ ਖਾਲਕ ਵੀ ਉਹੀ ਆ। ਭਾਵ ਕ੍ਰੀਏਟਰ ਐਂਡ ਦਾ ਕ੍ਰੀਏਸ਼ਨ ਆਰ ਦ ਸੇਮ। ਹੁਣ ਜਦੋਂ ਉਹਨਾਂ ਨੇ ਕਿਹਾ ਲੋਕਾਂ ਭਰਮ ਨਾ ਭੂਲੋ ਪਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰੇ ਹੋ ਸਭ ਠਾਈ। ਫਿਰ ਦੇਖੋ ਉਹਨਾਂ ਨੇ ਆਖਿਆ ਕਿ ਐ ਮਨੁੱਖ ਇੱਕ ਗੱਲ ਯਾਦ ਰੱਖ, ਹੁਕਮ ਪਛਾਣੇ ਸੋ ਏਕੋ ਜਾਣੇ। ਜਿਹੜਾ ਰੱਬ ਦੇ ਕਾਨੂੰਨ ਨੂੰ ਪਛਾਣਦਾ, ਹੁਕਮ ਦਾ ਮਤਲਬ ਕਾਨੂੰਨ ਹੈ ਭਾਈ ਸਾਹਿਬ। ਬਿਲਕੁਲ। ਹੁਕਮ ਪਛਾਣੇ, ਚਾਹੇ ਉਹ ਹਿੰਦੂ, ਚਾਹੇ ਮੁਸਲਮਾਨ, ਚਾਹੇ ਸਿੱਖ, ਚਾਹੇ ਈਸਾਈ, ਜਿਹੜਾ ਉਸ ਰੱਬ ਦੇ ਕਾਨੂੰਨਾਂ ਨੂੰ ਪਛਾਣਦਾ ਉਹ ਫਿਰ ਸਭ ਪਾਸੇ ਇੱਕੋ ਨੂੰ ਦੇਖੇਗਾ। ਹੁਕਮ ਪਛਾਣੇ ਸੋ ਏਕੋ ਜਾਣੇ, ਜਿਹੜਾ ਇੱਕੋ ਕਰਕੇ ਸਭ ਨੂੰ ਸਮਝੂਗਾ ਬੰਦਾ ਕਹੀਏ ਸੋਈ। ਐ ਮੁਸਲਮਾਨ ਤੂੰ ਬੰਦਾ ਬਣ, ਐ ਸਿੱਖ ਸਿੱਖ ਬਣ ਕੇ ਤੂੰ ਬੰਦਾ ਬਣ, ਐ ਹਿੰਦੂ ਤੂੰ ਹਿੰਦੂ ਬਣ ਕੇ ਬੰਦਾ ਬਣ। ਬੰਦਾ ਤੂੰ ਉਦੋਂ ਬਣੇਗਾ ਜਦੋਂ ਤੈਨੂੰ ਸਭ ਮੈਂ ਜੋਤ ਜੋਤ ਹੈ ਸੋਏ। ਉਸ ਤਿਸਤੇ ਚਾਨਣ ਸਭ ਮੈਂ ਚਾਨਣ, ਸਾਡੇ ਸਭ 'ਚ ਚਾਨਣ ਹੈਗਾ। ਹੁਣ ਇਹ ਤਾਂ ਹੈ ਗੁਰੂ ਨਾਨਕ ਦੇਵ ਜੀ ਨੇ ਸਾਰੀ ਮਨੁੱਖਤਾ ਨੂੰ ਇੱਕ ਲੜੀ ਵਿੱਚ ਪਰੋਣ ਲਈ ਸੱਚ ਦਾ ਮਾਰਗ ਔਰ ਸੱਚ ਦਾ ਉਪਦੇਸ਼ ਦੇਣਾ ਸ਼ੁਰੂ ਕੀਤਾ। ਸੱਚ ਕੀ ਹੈ ਭਾਈ ਸਾਹਿਬ? ਸੱਚ ਇਹ ਹੈ ਕਿ ਐ ਮਨੁੱਖ, ਯੂ ਆਰ ਨਾਟ ਦਾ ਬਾਡੀ ਬਟ ਯੂ ਆਰ ਦਾ ਸੋਲ। ਹੁਣ ਸੋਲ ਇਜ਼ ਦਾ ਪਾਰਟ ਆਫ ਦਾ ਯੂਨੀਵਰਸਲ ਸੋਲ। ਆਤਮਾ ਸਾਰੀ ਸ੍ਰਿਸ਼ਟੀ ਦਾ ਰਚਣਹਾਰ ਦਾ ਇੱਕ ਹਿੱਸਾ ਆ। ਮਾਫ ਕਰਨਾ, ਸਮੁੰਦਰ ਦੇ ਪਾਣੀ ਵਿੱਚੋਂ ਇੱਕ ਬੂੰਦ ਲੈ ਲਈ। ਹੁਣ ਬੂੰਦ ਜਿਹੜੀ ਆ, ਕਦੀ ਕੋਈ ਇਨਕਾਰ ਕਰਕੇ ਦੱਸੇ ਮੈਨੂੰ ਕਿ ਇਸ ਬੂੰਦ ਵਿੱਚ ਤੇ ਸਾਗਰ ਦੇ ਪਾਣੀ ਵਿੱਚ ਕੋਈ ਫਰਕ ਹੈ? ਸਿਰਫ ਫਰਕ ਇੰਨਾ ਹੈ ਕਿ ਉਹ ਤੁਹਾਨੂੰ ਵੱਖਰਾ ਦਿਸਦਾ ਹੈ, ਬਟ ਐਕਚੁਅਲੀ ਉੱਥੋਂ ਹੀ ਆਇਆ, ਉਹਦਾ ਹੀ ਹਿੱਸਾ ਹੈ, ਔਰ ਮੁੜ ਕੇ ਉਹਨੇ ਉੱਥੇ ਚਲੇ ਜਾਣਾ। ਬਿਲਕੁਲ। ਜਿਤਨੀ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ ਉਹ ਸਾਰੀ ਦੀ ਸਾਰੀ ਕਰਤਾਰ ਅਕਾਲ ਪੁਰਖ ਦੇ ਵਿੱਚੋਂ ਪੈਦਾ ਹੁੰਦੇ ਅਸੀਂ। ਤਾਂ ਜਦੋਂ ਅਸੀਂ ਪ੍ਰਭੂ ਦੇ, ਉਹਦੀ ਸਾਰੀ ਕ੍ਰਿਤ ਉਹਦੀ ਹੈ, ਉਹਦੇ ਵਿੱਚੋਂ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਤੇ ਉਹ ਰਚਨਹਾਰ ਤੇ ਇਹ ਰਚਨਾ ਦੇ ਵਿੱਚ ਕੋਈ ਭਿੰਨ ਭੇਦ ਨਹੀਂ ਹੈ, ਔਰ ਮੁੜ ਕੇ ਅਸੀਂ ਉੱਥੇ ਚਲੇ ਜਾਣਾ। ਹੁਣ ਜੇ ਤਾਂ ਇਹ ਮੰਨ ਲਓ, ਹਾਂ ਠੀਕ ਆ ਕਿ ਮੈਂ ਇੱਕ ਨਾਰਥ ਸੈਕੰਡਰੀ ਸਕੂਲ 'ਚ ਪੜ੍ਹਦਾ, ਇੱਕ ਕੁਈਨ ਐਲਿਜ਼ਬੈਥ 'ਚ ਪੜ੍ਹਦਾ, ਇੱਕ ਮੈਂ ਕੁਈਨਸਬੇਰੀ 'ਚ ਪੜ੍ਹਦਾ, ਮੇਰੇ ਸਕੂਲ ਵੱਖੋ ਵੱਖਰੇ ਨੇ। ਵੱਖਰੇ, ਠੀਕ ਆ। ਮੈਂ ਸਕੂਲ ਜਿਹੜਾ ਕੋਈ ਕਹ ਲਓ ਕਿ ਹਿੰਦੂ ਆ, ਉਹਦਾ ਸਕੂਲ ਵੱਖਰਾ, ਮੁਸਲਮਾਨ ਦਾ ਸਕੂਲ ਵੱਖਰਾ, ਸਿੱਖਾਂ ਦਾ ਸਕੂਲ ਵੱਖਰਾ, ਲੇਕਿਨ 10 + 10 = 20 ਸਾਰੇ ਵਾਸਤੇ ਬਰਾਬਰ। ਬਿਲਕੁਲ। ਸੋ ਮੇਰਾ ਕਹਿਣ ਦਾ ਭਾਵ ਆ ਕਿ ਇਹਨਾਂ ਸਾਰਿਆਂ ਧਰਮਾਂ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਸੱਚ ਤੇ ਅਸੀਂ ਮੁਨਕਰ ਨਾ ਹੋਈਏ। ਅਸੀਂ ਜਦੋਂ ਸੱਚ 'ਚ ਮੁਨਕਰ ਕਿੱਦਾਂ ਹੁੰਦੇ ਆ? ਲੋਕਾਂ ਨੂੰ ਭੁਲੇਖਿਆਂ 'ਚ ਪਾ ਕੇ, ਲੋਕਾਂ ਨੂੰ ਵਹਿਮਾਂ 'ਚ ਪਾ ਕੇ। ਸੋ ਮੈਂ ਇਹ ਕਹਾਂਗਾ ਕਿ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਕਹੀ, ਸੁਣੋ ਰੱਖੋ, ਬਲਿਹਾਰੀ ਕੁਦਰਤ ਵਸਿਆ। ਸਾਰੀ ਨੇਚਰ ਜਿਹੜੀ ਹੈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਜਾਤ ਮੈਂ ਜੋਤ ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਹੈ। ਚਲੋ ਆਪਾਂ ਇੱਕ ਹੋਰ ਗੱਲ ਚੱਲਦੇ ਹਾਂ। ਮਨੁੱਖ ਦੀ ਬਣਤਰ ਜਿਹੜੀ ਆ ਸ਼ੁਰੂਆਤ ਵਿੱਚ ਹੁੰਦੀ ਹਰ ਇੱਕ ਦੀ, ਵਿਦਆਊਟ ਐਨੀ ਡਿਸਕ੍ਰਿਮੀਨੇਸ਼ਨ। ਜਦੋਂ ਬਣਤਰ ਹੁੰਦੀ ਹੈ ਤੇ ਉਹਦੇ ਵਿੱਚ ਕੀ ਹੁੰਦਾ ਕਿ ਇਟ ਸਟਾਰਟਸ ਫਰਮ ਵਨ ਸੈਲ। ਬਿਲਕੁਲ। ਉਹ ਸੈੱਲ ਜਿਹੜੇ ਨੇ ਉਹ ਫਿਰ ਦੇ ਆਰ ਬੋਰਨ, ਦੇ ਆਰ ਗਰੋਇੰਗ, ਦੇ ਆਰ ਡਾਈਂਗ। ਅੱਛਾ, ਹੁਣ ਜਦੋਂ ਉਹ ਬਾਡੀ ਬਣ ਜਾਂਦੀ ਪੂਰੀ ਮਨੁੱਖ ਦੇ ਅੰਦਰ, ਮਾਂ ਦੇ ਕੁੱਖ ਵਿੱਚ, ਤਾਂ ਉਹਦੇ 'ਚ ਉਹਨੂੰ ਐਕਟੀਵੇਟ ਕਰਨ ਲਓ, ਇੱਕ ਅਦਿਸ਼ਟ ਸ਼ਕਤੀ ਉਹਦੇ ਅੰਦਰ ਇੱਕ ਜੋਤ ਪਾਉਂਦੀ ਹੈ, ਲਾਈਟ, ਆਤਮਾ, ਜਿਹਨੂੰ ਅਸੀਂ ਆਤਮਾ ਮੰਨਦੇ ਹਾਂ। ਉਹਦੇ ਪੈਣ ਦੇ ਨਾਲ ਉਹਦੇ ਵਿੱਚ ਹਿਲਜੁਲ ਸ਼ੁਰੂ ਹੋ ਜਾਂਦੀ ਹੈ। ਹੁਣ ਮੈਨੂੰ ਅੱਜ ਤੱਕ ਕੋਈ ਬੰਦਾ ਦੱਸੇ ਕਿ ਉਹ ਜੋਤ ਜਿਹੜੀ ਸੀ ਉਹ ਹਿੰਦੂ ਦੀ ਸੀ, ਬਿਲਕੁਲ ਮੁਸਲਮਾਨ ਦੀ ਸੀ, ਸਿੱਖ ਦੀ ਸੀ, ਈਸਾਈ ਦੀ ਸੀ, ਕ੍ਰਿਸਚਨ ਦੀ ਸੀ? ਨਹੀਂ।
ਉਹਦੇ ਅੰਦਰ ਰੱਬ ਨੇ ਕਿਸੇ ਵੀ ਮਾਂ ਦੇ ਕੁੱਖ ਵਿੱਚ ਬੱਚੇ ਵਿੱਚ ਜਾਤ ਨਹੀਂ ਪਾਈ, ਨਾ ਕੋਈ ਧਰਮ ਪਾਇਆ, ਨਾ ਕੋਈ ਲੇਬਲ ਲਾਇਆ, ਅੰਦਰ ਸਿਰਫ ਇੱਕ ਜੋਤ ਸੀ। ਬਿਲਕੁਲ। ਹੁਣ ਜੋਤ ਦਾ ਕੋਈ ਧਰਮ ਨਹੀਂ। ਅਸੀਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਕਿ ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹੀਂ ਜੇ। ਦੇਖੋ ਮੇਰੇ ਵੀਰ ਗੁਰਮੁਖ ਪਿਆਰਿਓ, ਐਲਾਨ ਕਰੋ ਜਾਂ ਸੱਚ ਦੱਸੋ, ਰੱਬ ਦੀ ਕੋਈ ਜਾਤ ਹੈਗੀ? ਮੈਨੂੰ ਅੱਜ ਤਾਈਂ ਕੋਈ ਦੱਸੇ। ਬਿਲਕੁਲ ਜੀ, ਕੋਈ ਸ਼ੱਕ ਨਹੀਂ, ਕੋਈ ਜਾਤ ਨਹੀਂ, ਲੇਕਿਨ ਅਸੀਂ ਵੰਡੀਆਂ ਪਾ ਕੇ ਅੱਜ ਵੀ ਉਹਨਾਂ ਚੀਜ਼ਾਂ ਵਿੱਚ ਹੀ ਬਿਲੀਵ ਕਰਦੇ ਤੇ ਫਿਰ ਵੀ ਅਸੀਂ ਆਪਣੇ ਆਪ ਨੂੰ ਸਿੱਖ ਖਵਾਨੇ। ਇਹ ਬੜੀ ਇੱਕ ਸਾਡੇ ਵਾਸਤੇ ਨਾਮੋਸ਼ੀ ਦੀ ਗੱਲ ਹੈ ਕਿ ਅਸੀਂ ਗੁਰੂ ਦੇ ਉਸ ਸਿਧਾਂਤ ਤੋਂ ਹੀ ਮੂੰਹ ਪਲਟ ਕੇ ਕੰਮ ਕਰ ਰਹੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਵਾਪਸ ਆ ਕੇ ਫਿਰ ਅਸੀਂ ਇਸ਼ੂ ਦੇ ਉੱਤੇ ਗੱਲਬਾਤ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ ਜੀ। ਠੀਕ ਹੈ ਜੀ। 10 ਕਮਾਂਡਮੈਂਟਸ ਆਫ ਸਿੱਖੀਜ਼ਮ ਵਿੱਚ ਇੱਕ ਵਾਰ ਫਿਰ ਕਰਦਾ ਹਾਂ ਜੀ ਆਪ ਸਭ ਦਾ ਹਾਰਦਿਕ ਸਵਾਗਤ। ਭਾਈ ਸਾਹਿਬ ਜਿਹੜਾ ਟੌਪਿਕ ਲੈ ਕੇ ਆਏ ਨੇ, ਇੱਕ ਬੜੇ ਸਰਲ ਤਰੀਕੇ ਨਾਲ ਬੇਸ ਬਣਾ ਕੇ ਸਾਨੂੰ ਚੰਗੇ ਤਰੀਕੇ ਨਾਲ ਸਮਝਾ ਰਹੇ ਨੇ ਕਿ ਸਾਨੂੰ ਪਤਾ ਹੋਵੇ ਅਸੀਂ ਹੈ ਕੌਣ ਆ। ਤੇ ਜਿਹੜੀ ਇਹ ਜਾਤ ਪਾਤ ਦੇ ਵਿੱਚ ਅਸੀਂ ਰੱਬ ਨੂੰ ਵੀ ਵੰਡ ਦਿੱਤਾ, ਇਹ ਸਾਡੀ ਹੀ ਅਕਲ ਦੀ ਖਰਾਬੀ ਹੋਈ ਕਿ ਸਾਨੂੰ ਪਤਾ ਨਹੀਂ ਲੱਗਿਆ ਕਿ ਗੁਰੂ ਸਾਹਿਬ ਨੇ ਸਾਨੂੰ ਕੀ ਦੱਸਿਆ ਸੀ। ਆਓ ਇਸੇ ਸੰਬੰਧ ਵਿੱਚ ਜਿੱਥੇ ਸੈਲਫ ਰਿਅਲਾਈਜੇਸ਼ਨ ਦੀ ਇਹਨਾਂ ਨੇ ਗੱਲ ਕੀਤੀ ਹੈ, ਇੱਕ ਪਹਿਲਾ ਸਿਧਾਂਤ ਹੈ, ਹੋਰ ਕਿਹੜੇ ਚੀਜ਼ਾਂ ਨੇ ਜਿਹੜਾ ਸਾਨੂੰ ਧਿਆਨ ਰੱਖ ਕੇ ਆਪਣੇ ਜੀਵਨ ਵਿੱਚ ਵਿਕਾਸ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਜੀ ਭਾਈ ਸਾਹਿਬ। ਜਿਸ ਤਰ੍ਹਾਂ ਮੈਂ ਦੱਸਿਆ ਸੀ, ਕਿਉਂਕਿ ਇਸੇ ਸਬਜੈਕਟ ਦੇ ਵਿੱਚ ਜੇ ਅਸੀਂ ਕਾਫੀ ਖੋਜ ਕਰ ਕਰਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼, ਜੇ ਦਿਮਾਗ 'ਚ ਪੈ ਜਾਤਾ ਜੀ, ਦੂਜੀ ਗੱਲ ਹੈ ਦਿਮਾਗ 'ਚ ਪੈਣ ਦੀ ਗੱਲ, ਰਾਈਟ। ਕਿਉਂਕਿ ਜਿਹੜਾ ਇਗਨੋਰੈਂਸ ਹੈ ਨਾ, ਇਹ ਬੜਾ ਵੱਡਾ ਬਿਮਾਰੀ ਹੈ, ਰੋਗ ਹੈ ਇਗਨੋਰੈਂਸ, ਅਗਿਆਨਤਾ ਜੀ। ਦੇਖੋ ਹਨੇਰਾ ਤੇ ਚਾਨਣ ਜੇ ਚੰਗੀ ਤਰ੍ਹਾਂ ਧਿਆਨ ਨਾਲ ਦੇਖੀਏ ਬਿਲਕੁਲ ਲਾਗੇ ਰਹਿੰਦੇ ਆ। ਬਿਲਕੁਲ। ਲੇਕਿਨ ਹਨੇਰਾ ਚਾਨਣ ਵਿੱਚ ਨਹੀਂ ਜਾ ਸਕਦਾ, ਹਨੇਰਾ ਚਾਨਣ 'ਚ ਨਹੀਂ ਜਾ ਸਕਦਾ, ਠੀਕ ਰਹਿੰਦੇ ਲਾਗੇ ਬਿਲਕੁਲ। ਕਿਉਂਕਿ ਐਜ਼ ਦ ਲਾਈਟ ਡਿਸਅਪੀਅਰਸ ਜੀ, ਯੂ ਵਿਲ ਫਾਈਂਡ ਦ ਡਾਰਕਨੈਸ, ਰਾਈਟ। ਜਦੋਂ ਤੁਹਾਡੇ ਚਾਨਣ ਨਿਕਲ ਜਾਂਦਾ ਤੇ ਹਨੇਰਾ ਉੱਥੇ ਆ ਜਾਂਦਾ, ਇਹਦਾ ਮਤਲਬ ਲਾਗੇ ਰਹਿੰਦਾ ਬਿਲਕੁਲ। ਲੇਕਿਨ ਐਜ਼ ਲੌਂਗ ਐਜ਼ ਦ ਲਾਈਟ ਇਜ਼ ਦੇਅਰ, ਉਹ ਨਹੀਂ ਆ ਸਕਦਾ, ਡਾਰਕਨੈਸ ਕੈਨ ਨਾਟ ਐਂਟਰ। ਬਿਲਕੁਲ। ਹੁਣ ਵੇਖਣਾ ਇਹ ਆ ਕਿ ਲੋੜ ਸਿਰਫ ਇੱਕ ਇਗਨੀਸ਼ਨ ਦੀ ਸੀ, ਇੱਕ ਲਾਈਟ ਦੀ ਸੀ। ਹੁਣ ਜਿਨ੍ਹਾਂ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ 35,000 ਮੀਲ ਦਾ ਸਫ਼ਰ ਕਰਕੇ, ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਅੱਜ ਕੱਲ੍ਹ ਭਾਵੇਂ ਹੁਣ ਸਾਇੰਸਦਾਨ ਕਹੇ 35,000 ਮੀਲ ਕੋਈ ਬੰਦਾ ਤੁਰ ਨਹੀਂ ਸਕਦਾ, ਮਾਫ ਕਰਨਾ, ਕਿਉਂਕਿ ਜਿਹੜੇ ਲੋਕ ਕਹਿੰਦੇ ਨਾ ਕਿ ਜਿਹੜੀ ਮੇਰੀ ਸਭ ਚ ਰਾਏ ਮੈਂ ਕਹਿੰਦਾ ਇੰਪੋਸੀਬਲ, ਰਾਈਟ, ਬਟ ਇਟਸ ਨਾਟ। ਹੁਣ 35,000 ਮੀਲ ਦੀ ਮਤਲਬ ਉਹਨਾਂ ਨੇ ਇੰਨਾ ਸਫ਼ਰ ਕੀਤਾ। ਭਾਈ ਸਾਹਿਬ ਤੁਸੀਂ ਦੱਸੋ ਉਹਨਾਂ ਨੂੰ ਕੀ ਲੋੜ ਸੀ? ਬਿਲਕੁਲ। ਤੁਸੀਂ ਕਿਸੇ ਵਾਸਤੇ ਤਾਂ 35 ਮੀਲ ਜਾਣ ਨੂੰ ਤਿਆਰ ਨਹੀਂ। ਬਿਲਕੁਲ ਜੀ। ਉਹਨਾਂ ਨੇ ਕੀਤਾ ਹੀ ਮਨੁੱਖਤਾ ਲਈ। ਰੀਜ਼ਨ ਕੀ ਸੀ? ਸਿਰਫ ਲੋਕਾਂ ਨੂੰ ਇਹ ਸੰਦੇਸ਼ ਦੇਣਾ ਕਿ ਸੁਣੋ, ਤੁਸੀਂ ਇੱਕੋ ਹੀ ਰੱਬ ਦੀ ਜੋਤ ਹੋ, ਠੀਕ, ਸੱਚ। ਹੁਣ ਜਿਹਨਾਂ ਨੇ ਤੇ ਉਹਨੂੰ ਪੜਾ ਲਿਆ, ਰਾਈਟ, ਕਮਾਲ ਦੇ ਉਹ ਬਲੈਸਡ ਹੋ ਗਏ, ਠੀਕ, ਬਖਸ਼ਾਂ ਮਿਲ ਗਈਆਂ, ਜਿਨ੍ਹਾਂ ਉਹ ਟਿਕ ਕੇ ਬੈਠ ਗਏ। ਜਿਨ੍ਹਾਂ ਨੇ ਗੁਰੂ ਨਾਨਕ ਦੇ ਸੰਦੇਸ਼ ਨੂੰ ਸੁਣਿਆ ਉਹ ਟਿਕ ਗਏ। ਭਾਵ ਕਿ ਮਨੁੱਖ ਟਿਕੀ ਜਾਵੇ ਤਾਂ ਹੋਰ ਇਹ ਤੋਂ ਵੱਡਾ ਮਨੁੱਖ ਦੇ ਜੀਵਨ ਵਿੱਚ ਕਿਹੜਾ ਵੱਡਾ ਸੁਧਾਰ ਹੋ ਸਕਦਾ ਜੇ ਟਿਕ ਕੇ ਬੈਠ ਜਾਵੇ। ਜਿਹੜਾ ਵੀ ਟਿਕਿਆ, ਜਿੱਥੇ ਵੀ ਬਾਬੇ ਨਾਨਕ ਨੇ ਟੀਕਾ ਲਾਇਆ ਉਹ ਟਿਕ ਗਿਆ। ਸੱਜਣ ਠੱਗ ਟਿਕਿਆ, ਮਲਕ ਭਾਗੋ ਟਿਕ ਗਿਆ, ਬਾਬਰ ਵੀ ਟਿਕ ਗਿਆ। ਹੁਣ ਇਹਨਾਂ ਜਦੋਂ ਅਸੀਂ ਬੜੇ ਮਗਰਬੱਛਾਂ ਨੂੰ ਦੇਖਦੇ ਹਾਂ, ਉਧਰ ਜਾ ਕੇ ਮੱਕੇ ਮਦੀਨੇ ਵਿੱਚ ਜਾ ਕੇ ਜਿਹੜੇ ਗਲਤ ਰਸਤੇ ਤੇ ਪਏ ਸੀ ਉਹ ਵੀ ਟਿਕ ਕੇ ਬੈਠ ਗਏ। ਭਾਵ ਕਿ ਗੁਰੂ ਨਾਨਕ ਦੇਵ ਜੀ ਦਾ ਇਸ ਕਿ ਜੇ ਧਰਮ ਤੁਸੀਂ ਅਖਤਿਆਰ ਕਰ ਲਿਆ ਤਾਂ ਫਿਰ ਵੀ ਭਟਕਦੇ ਰਹੇ, ਟੱਪਦੇ ਰਹੇ। ਜਿੱਦਾਂ ਹੁਣ ਮੈਂ ਫਰਜ਼ ਕੀਤਾ ਸਿੱਖ ਬਣ ਗਿਆ, ਮੈਂ ਕਹਾ ਮੈਂ ਤਾਂ ਹੁਣ ਕਿਸੇ ਨੂੰ ਨਹੀਂ ਦੇਖਣਾ ਚਾਹੁੰਦਾ, ਮੈਂ ਸਾਰੇ ਸਿੱਖ ਦੇਖਣਾ ਚਾਹੁੰਦਾ, ਮੈਂ ਭਟਕਦਾ, ਮੈਂ ਭਟਕਦਾ ਹੀ ਹੋਇਆ। ਜੇ ਮੈਂ ਮੁਸਲਮਾਨ ਬਣ ਗਿਆ ਤਾਂ ਮੈਂ ਕਿਹੜਾ ਬਾਕੀ ਕਾਫਰ ਹੈ ਬਾਹਰ, ਇਹਦਾ ਮਤਲਬ ਮੈਂ ਭਟਕਦਾ। ਸੋ ਇਹ ਭਟਕਣਾ ਮੁਕਾਉਣ ਲਈ ਕਿਹਾ ਕਿ ਸਭ ਮਨੁੱਖਤਾ ਦੇ ਨਾਲ ਪਿਆਰ ਕਰੋ, ਕਿਉਂਕਿ ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਹੁਣ ਉਹਨਾਂ ਨੇ ਪਹਿਲੀ ਚੀਜ਼ ਜਿਹੜੀ ਇੰਜੈਕਟ ਕੀਤੀ ਉਹ ਕਿ ਮਨੁੱਖ ਨੂੰ ਸਮਝਾਉਣ ਕਿ ਤੂੰ ਕੁਝ ਨਹੀਂ ਹੈਗਾ, ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਮਾਨ ਹੈ, ਨਾ ਤੂੰ ਬ੍ਰਾਹਮਣ ਹੈ, ਨਾ ਤੂੰ ਕਸ਼ਤਰੀ, ਨਾ ਵੈਸ਼, ਨਾ ਸ਼ੂਦਰ, ਨਾ ਅਛੂਤ, ਤੂੰ ਕੇਵਲ ਤੇ ਕੇਵਲ ਆਤਮਾ ਹੈ। ਰਾਈਟ। ਔਰ ਉਹ ਆਤਮਾ ਨੂੰ ਮੰਨਣ ਵਾਲੇ ਲੋਕ ਉਹ ਇੱਕ ਕਹਿ ਲਓ ਕਿ ਇੱਕ ਐਸੀ ਸੁਸਾਇਟੀ ਟੀਮ ਵਿੱਚ ਦਾਖਲ ਹੋ ਗਏ ਜਿੱਥੇ ਭਿੰਨ ਭੇਦ ਖਤਮ ਹੋਇਆ। ਔਰ ਉਹਦੇ ਬੇਸ ਤੇ ਕਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਕਿਉਂ ਸਰਬੱਤ ਦਾ ਭਲਾ ਕਿਉਂ ਕਿਹਾ? ਕਿਉਂਕਿ ਸਰਬੱਤ ਹੀ ਮੇਰੇ ਪਰਿਵਾਰ ਦਾ ਇੱਕ ਹਿੱਸਾ ਹੈ। ਸੋ ਜੇ ਇਹ ਗੁਰੂ ਨਾਨਕ ਦੇਵ ਜੀ ਦਾ ਸੈਲਫ ਰੀਅਲਾਈਜੇਸ਼ਨ ਦਾ, ਦੈਟ ਮੀਨਸ ਆਈ ਐਮ ਨਾਟ ਦ ਬਾਡੀ ਬਟ ਆਈ ਐਮ ਦ ਸੋਲ। ਪਹਿਲੀ ਗੱਲ ਇਹ। ਠੀਕ। ਔਰ ਦੂਜੀ ਗੱਲ,
ਇਹ ਸਮਝਣੀ ਕਿ ਹਰ ਮਨੁੱਖ ਇੱਕ ਨਾਲ ਜੁੜ ਜਾਵੇ ਜੀ। ਇੱਕ ਨਾਲ ਜੁੜਨ ਵਾਲਾ ਬੰਦਾ ਟਿਕ ਜਾਂਦਾ, ਇੱਕ ਤੋਂ ਟੁੱਟਿਆ ਹੋਇਆ ਬੰਦਾ ਕਦੀ ਵੀ ਟਿਕ ਨਹੀਂ ਸਕਦਾ। ਰਾਈਟ। ਤੇ ਗੁਰੂ ਨਾਨਕ ਦੇਵ ਜੀ ਨੇ ਜੇ ਸਾਰਿਆਂ ਧਰਮਾਂ ਨੂੰ ਪਤਾ ਕਿ ਰੱਬ ਇੱਕ ਹੈ। ਜੀ। ਦੇਖੋ ਵੇਦਾਂ ਸ਼ਾਸਤਰਾਂ ਵਿੱਚ ਵੀ ਲਿਖਿਆ, ਰਿਗ ਕਹੇ ਰਿਹਾ ਪ੍ਰਭੂ ਰਾਮ ਨਾਮ ਦੇਵਾ ਮੈਂ ਸੂਰ। ਰੱਬ ਇੱਕ ਹੈ, ਡਿਵਿਨਿਟੀ ਹੈ ਹਰ ਧਰਮ 'ਚ। ਠੀਕ। ਲੇਕਿਨ ਡਿਵਿਨਿਟੀ ਦੇ ਨਾਲ ਲੋਕਾਂ ਨੂੰ ਸਿੱਧਾ ਨਹੀਂ ਜੋੜਦੇ, ਬਿੰਗ ਪਾਈ ਜਾਂਦੇ ਆ। ਠੀਕ। ਭਾਵ ਕਿ ਮੇਰੇ ਲਾਗੇ ਦੂਸਰਾ ਪਹਾੜਗੰਜ ਸਟੇਸ਼ਨ ਨਾਲ ਹੀ ਹੈ ਦਿੱਲੀ। ਰਾਈਟ। ਉੱਤਰ ਦੇ ਸਾਡੀ ਭੈਣ ਦਾ ਘਰ ਸੀ ਲਾਗੇ, ਤੇ ਉਹ ਸਰ ਇੱਧਰ ਅੱਗੇ ਜਾ ਕੇ ਚਲੇ ਜਾਣਾ ਤੇ ਇੱਕ ਸੜਕ ਹੀ ਪਾਰ ਕਰਨੀ, ਤਾਂ ਰਿਕਸ਼ੇ ਵਾਲਾ ਮੈਨੂੰ ਘੁਮਾ ਕੇ ਕਿੱਡੀ ਦੂਰੋਂ ਲਿਆ ਕੇ ਤਾਂ 2 ਰੁਪਏ ਲੈ ਲਏ ਉਹ ਜ਼ਮਾਨੇ 'ਚ। ਹਾਲਾਂਕਿ ਘਰ ਬੋਢ ਹੈ। ਹੁਣ ਪਤਾ ਜਿਸ ਬੰਦੇ ਨੂੰ ਧਰਮ ਦੇ ਅੱਜ ਦੇ ਪੁਜਾਰੀਆਂ ਨੂੰ ਜੇ ਪਤਾ ਕਿ ਰੱਬ ਇੱਥੇ ਹੀ ਆ, ਜੀ, ਵਾਈ ਡੋਨਟ ਦੇ ਟੈਲ ਦੈਮ? ਬਿਲਕੁਲ। ਕਿਉਂਕਿ ਉਹਨਾਂ ਦਾ ਹਲਵਾ ਮੰਡਾ ਨਹੀਂ ਮਾਰਦਾ, ਦੁਕਾਨਦਾਰੀ ਬੰਦ ਹੁੰਦੀ ਹੈ। ਦੁਕਾਨਦਾਰੀ ਬੰਦ ਨਹੀਂ। ਸੋ ਇਹ ਹੈ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਫਸਟ ਕਮਾਂਡਮੈਂਟ ਆਫ ਦਾ ਸਿੱਖੀਜ਼ਮ ਇਜ਼ ਦਾ ਸੈਲਫ ਰੀਅਲਾਈਜੇਸ਼ਨ। ਸੋ ਇਹਨੂੰ ਅਸੀਂ ਜਦੋਂ ਕਰਾਂਗੇ ਤਾਂ ਫਿਰ ਅਸੀਂ ਕੀ ਕਹਾਂਗੇ? ਵੀ ਆਰ ਆਲ ਇਕੁਅਲ ਰਾਈਟ ਇਨ ਦਾ ਆਈਜ਼ ਆਫ ਗॉड। ਯਾ ਇਕੁਐਲਿਟੀ। ਹੁਣ ਇਹ ਚੀਜ਼ ਜਿਹੜੀ ਸੀ ਗੁਰੂ ਨਾਨਕ ਦੇਵ ਜੀ ਦੀ, ਇਹ ਸਿੱਖ ਧਰਮ ਦਾ ਸਭ ਤੋਂ ਮੁੱਢਲਾ ਔਰ ਬਹੁਤ ਖੂਬਸੂਰਤ ਅਸੂਲ ਹੈ। ਮੇਰੇ ਵੀਰੋ ਤੇ ਭੈਣੋ, ਜੋ ਇਸ ਪ੍ਰੋਗਰਾਮ ਨੂੰ ਅੱਜ ਤੁਸੀਂ ਵੇਖ ਰਹੇ ਹੋ, ਅੱਜ ਸ਼ਾਮ ਨੂੰ ਪੱਕਾ ਕਰਕੇ ਉੱਠਿਓ ਕਿ ਅਸੀਂ ਅੱਜ ਤੋਂ ਲੈ ਕੇ ਬੱਚਿਆਂ ਨੂੰ ਵੀ ਦੱਸੋ ਕਿ ਬੱਚਿਓ ਅਸੀਂ ਕੁਝ ਨਹੀਂ ਹੈਗੇ ਆ, ਅਸੀਂ ਸਾਰੇ ਇੱਕ ਆਤਮਾ ਦੇ ਉੱਤੇ ਇੱਕ ਪਿੰਜਰ ਬਣੇ ਹੋਏ ਨੇ, ਜਿਹਨੂੰ ਅਸੀਂ ਕਹਿ ਸਕਦੇ ਹਾਂ ਦੂਜੇ ਸ਼ਬਦਾਂ ਵਿੱਚ ਜਿੱਦਾਂ ਹੈ ਨਾ ਆਪਣੇ ਹੁੰਦਾ ਆ ਉੱਤੇ ਚੜਾਇਆ ਹੋਇਆ ਕਲਬੂਤ ਜੀ, ਉਹ ਉੱਤੇ ਚੜਿਆ ਹੋਇਆ। ਇਸ ਕਰਕੇ ਪਰ ਅੰਦਰੋਂ ਥੱਲੇ ਅਸੀਂ ਸਭ ਇੱਕੋ ਹੀ ਆ। ਜੀਓ ਏਕ ਔਰ ਸਗਲ ਸਰੀਰਾ। ਵੀ ਆਰ ਮੈਨੀ ਬਾਡੀਜ਼ ਬਟ ਜੀਵ ਆਤਮਾ ਇਜ਼ ਵਨ। ਸੋ ਇਹ ਗੁਰੂ ਨਾਨਕ ਦੇਵ ਜੀ ਦਾ ਇਹ ਪਹਿਲਾ ਅਸੂਲ ਮੇਰੇ ਸਿੱਖ ਕੌਮ ਨੂੰ ਨਹੀਂ, ਸਭ ਲੋਕਾਂ ਨੂੰ ਜਿਹੜੇ ਇਸ ਪ੍ਰੋਗਰਾਮ ਨੂੰ ਵੇਖਦੇ ਨੇ, ਮੈਂ ਉਹਨਾਂ ਅੱਗੇ ਬੇਨਤੀ ਕਰਾਂਗਾ ਅੱਜ ਤੋਂ ਕਰ ਲਓ, ਅਸੀਂ ਦੁਨੀਆ ਦੇ ਉੱਤੇ ਅਮਨ ਸ਼ਾਂਤੀ ਪੈਦਾ ਕਰ ਸਕਦੇ ਹਾਂ। ਬਿਲਕੁਲ, ਕੋਈ ਸ਼ੱਕ ਨਹੀਂ ਜੀ, ਐਬਸੋਲੂਟਲੀ ਕਿ ਇਹ ਜੇਕਰ ਸਾਨੂੰ ਪਤਾ ਹੋ ਜਾਏਗਾ ਤਾਂ ਆਟੋਮੈਟਿਕਲੀ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਹੈਗੀ ਹੈ ਕਿ ਸਾਡੇ 'ਚੋਂ ਜਿਹੜੀ ਤੇਰ ਮੇਰ ਹੈਗੀ ਹੈ, ਜਿਹੜਾ ਜਾਤ ਪਾਤ ਦਾ ਕੀੜਾ ਸਾਡੇ 'ਚ ਵੜਿਆ ਹੈ, ਇਹ ਸਭ ਖਤਮ ਹੋ ਜਾਏਗਾ। ਹਾਂਜੀ। ਦੂਜਾ ਜਿਹੜਾ ਅਸੂਲ ਹੈਗਾ ਉਹ ਮੈਂ ਤੁਹਾਨੂੰ ਉੱਤੇ ਅੱਗੇ ਆਉਂਦਾ ਨੰਬਰ 2 'ਚ ਜੀ। ਗੁਰੂ ਨਾਨਕ ਦੇਵ ਜੀ ਨੇ ਆਖਿਆ ਕਿ ਮਨੁੱਖ ਦੇ ਅੰਦਰੋਂ ਜਿਹੜਾ ਸਭ ਤੋਂ ਵੱਡਾ ਰੋਗ ਹੈ ਉਹ ਹੈ ਈਗੋ। ਠੀਕ। ਹਉਮੈ। ਔਰ ਹਉਮੈ ਰੋਗ ਮਨੁੱਖ ਕੋ ਦੀਨਾ, ਜੰਮਦੇ ਸਾਰ ਮਨੁੱਖ ਨੂੰ ਸਭ ਤੋਂ ਵੱਡਾ ਰੋਗ ਹਉਮੈ ਦਾ ਬਣਿਆ। ਠੀਕ। ਹੁਣ ਇਹ ਹਉਮੈ ਰੋਗ ਜਿਹੜਾ ਕਿਸ ਤਰ੍ਹਾਂ ਹਟਾਇਆ ਜਾ ਸਕਦਾ? ਭਾਈ ਸਾਹਿਬ, ਇਹੀ ਇੱਕ ਜਾਤਾਂ ਨੂੰ ਨਹੀਂ ਛੱਡਣ ਦਿੰਦਾ, ਇਹੋ ਹੀ ਰੋਗ ਨਸ਼ਿਆਂ ਨੂੰ ਨਹੀਂ ਤਿਆਗਣ ਦਿੰਦਾ ਜੀ, ਇਹੀ ਰੋਗ ਫੈਸ਼ਨ ਨੂੰ ਤਿਆਗਣ ਨਹੀਂ ਦਿੰਦਾ, ਇਹੀ ਰੋਗ ਸਾਡੇ ਐਸ਼ੋ ਇਸ਼ਰਤ ਦਾ ਸਮਾਨ ਜਿਹੜਾ ਇਕੱਠਾ ਕਰਦੇ ਆ, ਉਜਾੜਦੇ ਆ, ਲੋਕਾਂ ਨੂੰ ਕਤਲ ਕਰਦੇ ਆ, ਜਿਤਨੇ ਕ੍ਰਾਈਮ ਹੁੰਦੇ ਆ, ਬਿਕਾਜ਼ ਯੂ ਨੋ ਦੈਟ ਦ ਈਗੋ ਇਜ਼ ਦਾ ਮੇਨ ਪ੍ਰੋਬਲਮ, ਮੇਨ ਸੋਰਸ ਆਫ ਈਵਲਸ। ਠੀਕ। ਹੁਣ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਸ ਈਗੋ ਨੂੰ, ਮਨੁੱਖ ਨੂੰ ਇਹ ਤੋਂ ਦੂਰ ਹੋਣ ਲਈ ਕਿਹੜਾ ਤਰੀਕਾ ਵਰਤਿਆ ਜਾਏ? ਉਹਨਾਂ ਨੇ ਸੈਕੰਡ ਜਿਹੜਾ ਬਹੁਤ ਵਧੀਆ ਇੱਕ ਤਰੀਕਾ ਸਾਡੇ ਅਮਲੀ ਜੀਵਨ ਵਿੱਚ ਕਰਨ ਦਾ ਦੱਸਿਆ, ਉਹ ਸੀ to be obedient. Obedient. And Guru Nanak Dev Ji wanted to show an example or role model of obedience. ਠੀਕ। ਉਸ ਰੋਲ ਮਾਡਲ ਵਿੱਚ ਜਦੋਂ ਉਹਨਾਂ ਨੇ ਆਖਰੀ ਪਰਖ ਲਈ ਤੇ ਇੱਕ ਐਸੇ ਮਨੁੱਖ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਜੀ, ਹੀ ਵਾਸ ਦ ਰੋਲ ਮਾਡਲ ਆਫ ਓਬੀਡੀਐਂਸ। ਠੀਕ। ਉਹਦੇ ਵਿੱਚ ਤੁਸੀਂ ਜਿੱਦਾਂ ਆਪਾਂ ਹਿਸਟਰੀ ਵਿੱਚ ਬੜਾ ਕੁਝ ਕਹਿੰਦੇ ਆ ਕਿ ਗੁਰੂ ਨਾਨਕ ਦੇਵ ਜੀ ਨੇ ਵੀ 3 ਅਸੂਲ ਜਿਹੜੇ ਸੀ ਨਾ, ਇੱਕ ਤਾਂ ਆਪਾਂ ਇਹ ਪੜ੍ਹਦੇ ਨਾ ਕਿ ਨਾਮ ਜਪੋ, ਵੰਡ ਛਕੋ, ਕਿਰਤ ਕਰੋ, ਇੱਕ ਤਾਂ ਇਹ ਹੈ। ਲੇਕਿਨ ਜਿਹੜਾ ਮਨੁੱਖੀ ਇੰਡੀਵਿਜੂਅਲ ਕਰੈਕਟਰ ਜਿਹੜਾ ਡਿਵੈਲਪ ਕਰਨਾ, ਉਹਦੇ 3 ਅਸੂਲ ਡਿਫਰੈਂਟ ਆ। ਉਹ ਕਿਹੜੇ ਆ? ਉਹ ਹੈ ਸੇਵਾ, ਰਾਈਟ, ਸਿਮਰਨ ਤੇ ਸਤਸੰਗ। ਠੀਕ। ਮਨੁੱਖ ਦੀ ਜਿਹੜੀ ਬਿਰਤੀ ਆ, ਐਟੀਟਿਊਡ ਚੇਂਜ ਕਰਨੇ, ਇਹ 3 ਜਿਹੜੇ ਨਾ ਅੱਜ ਸਾਰੇ ਜਿਹੜੇ ਡਾਕਟਰ ਵੀ ਹੈਗੇ ਆ ਮਨੋਵਿਗਿਆਨੀ, ਉਹ ਇਸ ਗੱਲ ਦੇ ਉੱਤੇ ਪੂਰੇ ਟਿਕਦੇ ਆ। ਜੇ ਹੁਣ ਜੇਲ੍ਹ ਵਿੱਚ ਵੀ ਕੋਈ ਕੈਦੀ ਹੁੰਦਾ ਤਾਂ ਉਹਨੂੰ ਕਹਿੰਦੇ ਚੱਲ ਹੁਣ ਗੁਰਦੁਆਰੇ 22 ਦਿਨ ਤੂੰ ਨਾ ਕਮਿਊਨਿਟੀ ਸਰਵਿਸ ਕਰਕੇ ਆ। ਠੀਕ ਹੈ ਨਾ। ਉਹਨਾਂ ਨੂੰ ਵੀ ਪਤਾ ਵੀ ਸ਼ਾਇਦ ਇਹਦਾ ਮਨ ਬਦਲ ਜਾਏ। ਦੇ ਆਰ ਟਰਾਈਂਗ ਟੂ ਕਰੈਕਟ ਥੀਸ ਪੀਪਲ। ਹੁਣ ਗੁਰੂ ਨਾਨਕ ਦੇਵ ਜੀ ਦਾ ਵੀ ਇਹ ਅਸੂਲ ਸੀ ਅੱਜ ਤੋਂ 339 ਸਾਲ ਪਹਿਲਾਂ, ਜਾਂ 539 ਸਾਲ ਪਹਿਲਾਂ। ਗੁਰੂ ਨਾਨਕ ਦੇਵ ਜੀ ਨੇ ਇਹਦੇ ਵਾਸਤੇ ਇੱਕ ਐਗਜ਼ਾਮਪਲ ਬਣਾਈ। ਉਹ ਕਿਹੜੀ ਸੀ? ਭਾਈ ਲਹਿਣਾ ਦੀ। ਠੀਕ। ਹੁਣ ਭਾਈ ਲਹਿਣਾ ਜਿਹੜਾ ਸੀ ਗੁਰੂ ਸਾਹਿਬ ਜੀ ਦਾ ਸਕਸੈਸਰ ਬਣਨਾ ਸੀ।
ਹੁਣ ਸਕਸੈਸਰ ਬਣਨ ਦੇ ਵਾਸਤੇ ਬਣਨ ਤੋਂ ਪਹਿਲਾਂ Right. ਇੱਕ ਐਸਾ ਸੁਨਹਿਰੀ ਅਸੂਲ ਲੋਕਾਂ ਨੂੰ ਦੇ ਜਾਣ ਜਿਹਨੂੰ ਮਨੁੱਖ ਫੋਲੋ ਕਰਨ। ਹੁਣ ਉਹਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਥੋੜੀ ਥੋੜੀ ਮੈਂ ਜ਼ਰੂਰ ਐਗਜ਼ਾਮਪਲਾਂ ਦੇਣਾ ਚਾਹੁੰਦਾ ਕਿ ਭਾਈ ਲਹਿਣਾ ਜੀ ਬੜੇ ਅਮੀਰ ਖਾਨਦਾਨ ਨਾਲ ਸੰਬੰਧ ਰੱਖਦੇ ਸੀ। ਬਿਲਕੁਲ ਭਾਈ ਸਾਹਿਬ, ਸਮਾਂ ਨਹੀਂ ਆਗੇ ਦਿੰਦਾ, ਅਗਲੇ ਹਫਤੇ ਅਸੀਂ ਇੱਥੋਂ ਹੀ ਕੰਟੀਨਿਊ ਕਰਾਂਗੇ ਕਿ ਓਬੀਡੀਐਂਸ ਜਿਹੜੀ ਹੈਗੀ ਇਹ ਇੱਕ ਬਹੁਤ ਜ਼ਰੂਰੀ ਇੱਕ ਸਿਧਾਂਤ ਹੈ ਕਿ ਜਦ ਤੱਕ ਅਸੀਂ ਕਿਸੇ ਦੇ ਪ੍ਰਤੀ ਓਬੀਡੀਐਂਟ ਨਹੀਂ ਹੋਵਾਂਗੇ ਤਾਂ ਅਸੀਂ ਸਿਰਫ ਉਹ ਲਫ਼ਜ਼ੀ ਤੌਰ ਤੱਕ ਹੀ ਰਹਿ ਜਾਵਾਂਗੇ, ਉਸ ਨੂੰ ਅਸੀਂ ਮਨ ਵਿੱਚ ਬਿਠਾ ਨਹੀਂ ਸਕਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਪ੍ਰੋਗਰਾਮ ਦੇ ਇਸ ਹਿੱਸੇ ਦੀ ਇੱਥੇ ਹੀ ਸਮਾਪਤੀ। ਅਗਲੇ ਹਫਤੇ ਮੁੜ ਤੋਂ ਸੈਕੰਡ ਪੁਆਇੰਟ ਜਿਹੜਾ ਭਾਈ ਸਾਹਿਬ ਨੇ ਕੀਤਾ ਸੀ ਕਿ ਓਬੀਡੀਐਂਟ ਹੋਣਾ ਬਹੁਤ ਜ਼ਰੂਰੀ ਹੈ, ਤੇ ਭਾਈ ਲਹਿਣੇ ਦੀ ਜਿਹੜੀ ਗੱਲ ਕਰਨੇ ਉੱਥੋਂ ਹੀ ਅਸੀਂ ਤੁਹਾਨੂੰ ਕੰਟੀਨਿਊ ਕਰਾਵਾਂਗੇ। ਵੇਖਦੇ ਰਿਹਾ ਕਰੋ ਦ ਹਰਪ੍ਰੀਤ ਸਿੰਘ ਸ਼ੋਅ ਦੇ ਨਾਲ। ਫੀਡਬੈਕ ਜ਼ਰੂਰ ਦੇਣਾ 604 603 7555 ਜਾਂ ਫਿਰ ਈਮੇਲ ਰਾਹੀਂ harpreetsingh@gmail.com। ਇਹ ਸਾਰੇ ਪ੍ਰੋਗਰਾਮਸ ਤੁਸੀਂ youtube.com/harpreet singh show ਦੇ ਵੀ ਜਾ ਕੇ ਦੇਖ ਸਕਦੇ ਹੋ। ਧੰਨਵਾਦੀ ਅਸੀਂ ਆਪਣੇ ਸਪਾਂਸਰਸ ਅਤੇ ਐਡਵਰਟਾਈਜ਼ਰਸ ਦੇ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ। ਤੇ ਨਾਲ ਹੀ ਆਪ ਸਭ ਤੋਂ ਸਹਿਯੋਗ ਦੀ ਵੀ ਮੰਗ ਕਰਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਅੱਗੇ ਚਲਾਉਣ ਵਾਸਤੇ ਸਪਾਂਸਰਸ਼ਿਪ ਰਾਹੀਂ ਜਾਂ ਐਡਵਰਟਾਈਜ਼ਮੈਂਟਸ ਰਾਹੀਂ ਪ੍ਰੋਗਰਾਮ ਨੂੰ ਅੱਗੇ ਚਲਾਉਣ ਵਾਸਤੇ ਸਾਡਾ ਜ਼ਰੂਰ ਸਾਥ ਦਿਓ। ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਗੁੱਡ ਬਾਏ।